ਨੈਕਸਟ ਸਾਡਾ ਚੈਪਟਰ ਹੋਏਗਾ ਜੀ ਡਿਫਰੈਂਸ਼ੀਏਸ਼ਨ। ਠੀਕ ਹੈ, ਉਹਦੇ ਵਾਸਤੇ ਅਸੀਂ ਕੀ ਕਰ ਰਹੇ, ਇੱਕ ਫੰਕਸ਼ਨ ਕੰਸੀਡਰ ਕਰ ਰਹੇ ਹਾਂ ax plus b, ਜਿਹਦੇ ਵਿੱਚ b ਕੌਂਸਟੈਂਟ ਹੈ, a ਕੋਫੀਸ਼ੀਐਂਟ ਹੈ, x ਕੀ ਹੈਗਾ ਵੇਰੀਏਬਲ। ਜਿਹੜਾ ਵੀ ਵੇਰੀਏਬਲ ਸਾਡੇ ਕੋਲ ਅਵੇਲੇਬਲ ਹੁੰਦਾ ਹੈ ਅਸੀਂ ਉਹਦੇ ਰਿਸਪੈਕਟ ਟੂ ਡਿਫਰੈਂਸ਼ੀਏਸ਼ਨ ਕਰਦੇ ਹਾਂ। ਠੀਕ ਹੈ ਜੀ, ਜਿਵੇਂ ਇੱਥੇ x ਹੈ, ਇਸ ਕਰਕੇ ਅਸੀਂ ਜਿੱਥੇ ਵੀ ਡਿਫਰੈਂਸ਼ੀਏਸ਼ਨ ਕਰਾਂਗੇ ਵਿਦ ਰਿਸਪੈਕਟ ਟੂ x ਕਰਾਂਗੇ। ਸੋ ਪਹਿਲਾ ਫਾਰਮੂਲਾ ਕੀ ਹੈ ਕਿ ਕਿਸੇ ਵੀ ਕੌਂਸਟੈਂਟ ਦੀ ਜੇਕਰ ਤੁਸੀਂ ਡਿਫਰੈਂਸ਼ੀਏਸ਼ਨ ਕਰੋਗੇ ਤਾਂ ਉਹਦਾ ਆਂਸਰ ਆਏਗਾ 0। ਫੋਰ ਐਗਜ਼ਾਮਪਲ ਜੇਕਰ ਇੱਥੇ ਮੈਂ ਡਿਫਰੈਂਸ਼ੀਏਸ਼ਨ ਕਰਾਂ b ਦੀ ਤੇ ਮੇਰਾ ਆਂਸਰ ਕਿੰਨਾ ਆਏਗਾ 0। ਠੀਕ ਹੈ, ਤੇ ਇਹਨੂੰ ਲਿਖਿਆ ਕਿੱਦਾਂ ਜਾਏਗਾ, ਡਿਫਰੈਂਸ਼ੀਏਸ਼ਨ ਆਫ b ਵਿਦ ਰਿਸਪੈਕਟ ਟੂ x, ਇਟਸ ਆਂਸਰ ਇਜ਼ 0। ਠੀਕ ਹੈ ਜੀ, ਜੇਕਰ ਕਿਸੇ ਫੰਕਸ਼ਨ ਦੇ ਨਾਲ ਕੌਂਸਟੈਂਟ ਜਿਹੜਾ ਹੈ ਐਡ ਹੋ ਰਿਹਾ, ਠੀਕ ਹੈ, ਜਾਂ ਸਬਟਰੈਕਟ ਹੋ ਰਿਹਾ, ਐਡ ਹੋ ਰਿਹਾ ਜਾਂ ਸਬਟਰੈਕਟ ਹੋ ਰਿਹਾ ਫੰਕਸ਼ਨ ਦੇ ਨਾਲ, ਤੇ ਉਹਦੀ ਡਿਫਰੈਂਸ਼ੀਏਸ਼ਨ ਕਰਨ ਤੋਂ ਬਾਅਦ ਉਹ ਵਾਲਾ ਕੌਂਸਟੈਂਟ ਉੱਥੋਂ ਐਲੀਮੀਨੇਟ ਹੋ ਕੇ ਆਂਸਰ ਦਿੰਦਾ ਹੈ 0। ਠੀਕ ਹੈ ਜੀ, ਤੇ ਡਿਫਰੈਂਸ਼ੀਏਸ਼ਨ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਅਸੀਂ ਡੈਸ਼ ਦਾ ਯੂਜ਼ ਕਰਦੇ ਹਾਂ। d/dx ਦਾ ਮਤਲਬ ਜੇ ਜਦੋਂ ਸੋਲਵ ਹੋ ਜਾਂਦੀ ਹੈ ਤਾਂ ਉੱਥੇ ਕੀ ਲਿਖਿਆ ਜਾਂਦਾ ਹੈ ਡੈਸ਼। ਇਹ f(x) ਦੀ ਡਿਫਰੈਂਸ਼ੀਏਸ਼ਨ ਹੋ ਕੇ ਬਣ ਗਿਆ f'(x) + 0। ਜੇ ਕੌਂਸਟੈਂਟ ਐਡ ਹੋ ਰਿਹਾ ਤੇ +0 ਆ ਜਾਏਗਾ, ਜੇ ਮਾਈਨਸ ਹੋ ਰਿਹਾ ਤੇ -0 ਆ ਜਾਏਗਾ। ਠੀਕ ਹੈ ਜੀ, ਉਸ ਤੋਂ ਬਾਅਦ ਜੇਕਰ ਕੋਈ ਸਕੇਲਰ ਇਹਦੇ ਨਾਲ ਮਲਟੀਪਲਾਈ ਹੋ ਰਿਹਾ, ਸਕੇਲਰ ਕਹਿ ਲਓ ਜਾਂ ਤੁਸੀਂ ਇਹਦਾ ਕੋਫੀਸ਼ੀਐਂਟ ਕਹਿ ਲਓ, ਜੇਕਰ ਉਹ ਕਿਸੇ ਵੀ ਫੰਕਸ਼ਨ ਦੇ ਨਾਲ ਮਲਟੀਪਲਾਈ ਹੋ ਰਿਹਾ, ਫੋਰ ਐਗਜ਼ਾਮਪਲ a ਜਿਹੜਾ ਹੈ ਮਲਟੀਪਲਾਈ ਹੋ ਰਿਹਾ x ਦੇ ਨਾਲ। ਠੀਕ ਹੈ, ਤੇ ਇਹ ਜਿਹੜਾ ਡਿਫਰੈਂਸ਼ੀਏਸ਼ਨ ਕਰਨ ਤੋਂ ਬਾਅਦ ਐਲੀਮੀਨੇਟ ਨਹੀਂ ਹੋਏਗਾ। ਠੀਕ ਹੈ ਜੀ, ਇਹ ਇਹਦੇ ਨਾਲ ਇਹਦੇ ਆਂਸਰ ਦੇ ਮਲਟੀਪਲਾਈ ਹੋ ਜਾਏਗਾ। ਫੋਰ ਐਗਜ਼ਾਮਪਲ ਜਿਵੇਂ c ਹੈ, c ਐਜ਼ ਏ ਕੋਫੀਸ਼ੀਐਂਟ ਹੈਗਾ, c ਬਾਹਰ ਰਹਿ ਜਾਏਗਾ, ਸਿਰਫ ਤੇ ਸਿਰਫ ਡਿਫਰੈਂਸ਼ੀਏਸ਼ਨ ਹੋਏਗੀ f(x) ਦੀ, ਯਾਨੀ ਕਿ ਸਿਰਫ ਫੰਕਸ਼ਨ ਦੀ ਡਿਫਰੈਂਸ਼ੀਏਸ਼ਨ ਹੋਏਗੀ। ਠੀਕ ਹੈ ਜੀ, ਇਸ ਤੋਂ ਬਾਅਦ ਸਾਡੇ ਕੋਲ ਨੈਕਸਟ ਦਾ ਫਾਰਮੂਲਾ ਆਉਂਦਾ ਡਿਫਰੈਂਸ਼ੀਏਸ਼ਨ ਆਫ u + b। ਪਲੱਸ ਹੋਏਗਾ ਤੇ ਆਂਸਰ 'ਚ ਤੁਹਾਡੇ ਕੋਲ ਪਲੱਸ ਆਏਗਾ, ਜੇ ਮਾਈਨਸ ਹੋਏਗਾ ਤੇ ਮਾਈਨਸ ਆਏਗਾ। ਇਹ ਅੱਗੇ ਜਿਹੜੇ ਕਰਵਾਏ ਜਾ ਰਹੇ 3 ਫਾਰਮੂਲੇ ਨੇ, ਇਹ ਤਿੰਨੇ ਦੇ ਤਿੰਨੇ ਫਾਰਮੂਲੇ ਤੁਸੀਂ +1 ਕਲਾਸ ਦੇ ਵਿੱਚ ਫਿਜ਼ਿਕਸ 'ਚ ਆਲਰੇਡੀ ਕਰ ਚੁੱਕੇ ਹੋਏ ਹੋ, ਮੈਂ ਇੱਕ ਵਾਰੀ ਰਿਪੀਟ ਕਰ ਰਹੀ ਹਾਂ। ਠੀਕ ਹੈ ਜੀ, ਉਸ ਤੋਂ ਬਾਅਦ ਨੈਕਸਟ ਕੋ ਫਾਰਮੂਲਾ ਆਉਂਦਾ ਸਾਡੇ ਕੋਲ u/v ਦਾ, ਬੜਾ ਹੀ ਇੰਪੋਰਟੈਂਟ ਫਾਰਮੂਲਾ ਹੈ। u/v ਦੀ ਡਿਫਰੈਂਸ਼ੀਏਸ਼ਨ ਕਰਨ ਦਾ ਮਤਲਬ ਹੈ ਕਿ ਕੋਈ ਦੋ ਫੰਕਸ਼ਨ ਸਾਡੇ ਕੋਲ ਮਲਟੀਪਲਾਈ ਹੋ ਰਹੇ ਨੇ। ਠੀਕ ਹੈ, ਜਾਂ ਦੋ ਫੈਕਟਰਸ ਮਲਟੀਪਲਾਈ ਹੋ ਰਹੇ ਨੇ, ਕੋਈ ਵੀ ਦੋ ਚੀਜ਼ਾਂ ਆਪਸ 'ਚ ਜਦੋਂ ਮਲਟੀਪਲਾਈ ਹੋ ਰਹੀਆਂ ਹੋਣ ਤੇ ਉਹਦੀ ਡਿਫਰੈਂਸ਼ੀਏਸ਼ਨ ਕਰਨੀ ਹੋਵੇ ਤਾਂ ਅਸੀਂ ਇੱਕ ਨੂੰ u ਕੰਸੀਡਰ ਕਰਦੇ ਹਾਂ, ਦੂਸਰੇ ਨੂੰ v ਕੰਸੀਡਰ ਕਰਦੇ ਹਾਂ। ਸੋ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, v ਨੂੰ ਰੱਖ ਲਾਂਗੇ, u ਦੀ ਡਿਫਰੈਂਸ਼ੀਏਸ਼ਨ ਕਰਾਂਗੇ, ਪਲੱਸ ਕਰਕੇ ਫਿਰ u ਨੂੰ ਰੱਖਾਂਗੇ ਤੇ v ਦੀ ਡਿਫਰੈਂਸ਼ੀਏਸ਼ਨ ਕਰਾਂਗੇ। ਇਹਦੇ ਵਿੱਚ ਮੈਂ ਇੱਥੇ v ਪਹਿਲਾਂ ਰੱਖਿਆ ਹੈ, ਇੱਥੇ v ਪਹਿਲਾਂ ਰੱਖਣ ਦਾ ਕੋਈ ਕਾਰਨ ਹੈ ਤਾਂ ਜੋ ਤੁਹਾਨੂੰ u/v ਦੇ ਫਾਰਮੂਲੇ 'ਚ ਕੋਈ ਕਨਫਿਊਜ਼ਨ ਨਾ ਹੋਵੇ। ਅਦਰਵਾਈਜ਼ u/v ਦੇ ਫਾਰਮੂਲੇ 'ਚ ਚਾਹੇ ਤੁਸੀਂ ਪਹਿਲਾਂ u ਰੱਖ ਲਓ ਜਾਂ v ਰੱਖ ਲਓ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ। ਠੀਕ ਹੈ ਜੀ, ਸਾਈਨ ਹਮੇਸ਼ਾ ਵਿੱਚ ਇਹਦੇ ਪਲੱਸ ਦਾ ਰਹਿੰਦਾ। ਹਾਂ, ਜੇਕਰ ਅਸੀਂ u/v ਦਾ ਫਾਰਮੂਲਾ ਬਣਾਈਏ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਹੈ v। ਠੀਕ ਹੈ, ਸੋ ਇਸ ਕਰਕੇ ਮਲਟੀਪਲੀਕੇਸ਼ਨ ਦੇ ਵਿੱਚ ਵੀ ਮੈਂ ਤੁਹਾਨੂੰ ਪਹਿਲਾਂ v ਰਖਵਾਇਆ ਤਾਂ ਜੋ u/v ਹੋਵੇ ਜਾਂ u/v ਹੋਵੇ, ਕਿਸੇ ਵੀ ਤਰੀਕੇ ਦੀ ਕੋਈ ਕਨਫਿਊਜ਼ਨ ਤੁਹਾਡੇ ਦਿਮਾਗ 'ਚ ਨਾ ਰਹੇ। ਸੋ ਅਸੀਂ ਕੀ ਕਰਾਂਗੇ, ਸਿੰਪਲ v ਨੂੰ ਰੱਖਾਂਗੇ, ਡਿਫਰੈਂਸ਼ੀਏਸ਼ਨ ਆਫ u, ਪਲੱਸ ਦੀ ਜਗ੍ਹਾ 'ਤੇ ਆ ਜਾਏਗਾ ਮਾਈਨਸ, ਬਾਕੀ ਸਾਰਾ ਸੇਮ u/dv/dx ਓਵਰ ਆਏਗਾ ਜੀ v²। ਠੀਕ ਹੈ ਜੀ, ਇਹ ਦੋ ਫਾਰਮੂਲੇ ਇਸ ਤਰੀਕੇ ਦੇ ਨੇ ਜਿਹੜੇ ਡਿਫਰੈਂਸ਼ੀਏਸ਼ਨ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦੇ ਨੇ। ਸੋ ਇਹਨਾਂ ਫਾਰਮੂਲਿਆਂ ਦੀ ਤੁਸੀਂ ਇੱਕ ਸੈਪਰੇਟ ਕਾਪੀ ਤਿਆਰ ਕਰ ਲਓ। ਠੀਕ ਹੈ, ਤਾਂ ਜੋ ਜਦੋਂ ਤੁਸੀਂ ਇੰਟੀਗ੍ਰੇਸ਼ਨ ਚੈਪਟਰ ਕਰਨਾ ਹੈ ਜਾਂ ਅੱਗੇ ਜਾ ਕੇ ਡਿਫਰੈਂਸ਼ੀਅਲ ਇਕੁਏਸ਼ਨਸ ਕਰਨੀਆਂ ਨੇ ਤਾਂ ਤੁਹਾਨੂੰ ਜਿਹੜੇ ਫਾਰਮੂਲੇ ਇਹਨਾਂ ਦੀ ਰਿਵੀਜ਼ਨ ਜਿਹੜੀ ਉਹ ਈਜ਼ੀ ਹੋ ਜੇ। ਨੈਕਸਟ ਚੱਲਦੇ ਹਾਂ ਜੀ ਡਿਫਰੈਂਸ਼ੀਏਸ਼ਨ ਆਫ ਟ੍ਰਿਗਨੋਮੈਟਰੀ ਰੇਸ਼ੀਓਜ਼। ਸਭ ਤੋਂ ਪਹਿਲਾਂ ਆਉਂਦੀ ਹੈ ਜੀ ਸਾਈਨ x ਦੀ ਡਿਫਰੈਂਸ਼ੀਏਸ਼ਨ ਕਰੀਏ ਤਾਂ ਆਂਸਰ ਆਉਂਦਾ ਹੈ ਕੋਸ x। ਠੀਕ ਹੈ ਜੀ, ਇਹਨਾਂ ਸਭ ਦੀ ਡੈਰੀਵੇਟਿਵ ਜਿਹੜੀ ਆ ਤੁਸੀਂ +1 ਕਲਾਸ ਦੇ ਵਿੱਚ ਸਿੱਖ ਕੇ ਆਏ ਹੋ। ਠੀਕ ਹੈ, ਕਿ ਸਾਈਨ x ਦੀ ਜੇਕਰ ਡਿਫਰੈਂਸ਼ੀਏਸ਼ਨ ਕੀਤੀ ਜਾਵੇ ਤਾਂ ਆਂਸਰ ਕੋਸ x ਕਿਵੇਂ ਦਿੰਦਾ। ਠੀਕ ਹੈ, ਇਹ ਤੁਹਾਨੂੰ ਸਭ ਨੂੰ ਯਾਦ ਹੋਣਾ ਚਾਹੀਦਾ। ਅਦਰਵਾਈਜ਼ ਤੁਸੀਂ ਕੀ ਕਰੋ, ਇਹਨਾਂ ਦੀ ਵੀ ਇੱਕ ਸੈਪਰੇਟ ਜਿਹੜੀ ਕਾਪੀ ਤੁਸੀਂ ਤਿਆਰ ਕਰਦੇ ਪਏ ਹੋ ਨਾ ਫਾਰਮੂਲਿਆਂ ਦੀ, ਉਹਦੇ ਵਿੱਚ ਹਰ ਇੱਕ ਫਾਰਮੂਲਾ ਚਾਹੇ ਉਹ ਡਿਫਰੈਂਸ਼ੀਏਸ਼ਨ ਦਾ ਹੈ, ਕੰਟੀਨਿਊਟੀ ਦਾ ਹੈ, ਇੰਟੀਗ੍ਰੇਸ਼ਨ ਦਾ ਹੈ, ਸਾਰੇ ਦੇ ਸਾਰੇ ਫਾਰਮੂਲੇ ਉਸ ਇੱਕ ਸੈਪਰੇਟ ਕਾਪੀ ਦੇ ਵਿੱਚ ਲਿਖਦੇ ਜਾਓ ਤਾਂ ਜੋ ਜਦੋਂ ਤੁਸੀਂ ਰਿਵੀਜ਼ਨ ਕਰਨੀ ਹੋਵੇ ਤੇ ਫਾਰਮੂਲੇ ਫਾਈਂਡ ਆਊਟ ਕਰਨ 'ਚ ਕੋਈ ਵੀ ਤੁਹਾਨੂੰ ਪ੍ਰੋਬਲਮ ਜਿਹੜੀ ਉਹ ਨਾ ਆਵੇ। ਇਹ ਸਾਰੇ ਦੇ ਸਾਰੇ ਫਾਰਮੂਲੇ ਜਿਹੜੇ ਨੇ ਉਹ +1 ਕਲਾਸ ਦੀ ਜਿਹੜੀ ਬੁੱਕ ਹੋਏਗੀ ਟ੍ਰਿਗਨੋਮੈਟਰੀ ਉਹਦੇ 'ਚ ਵੀ ਅਵੇਲੇਬਲ ਨੇ। ਸੋ +1 ਦੇ ਨੋਟ ਵੀ ਕਰ ਲਓ ਫਾਰਮੂਲੇ ਤੇ ਸਾਈਡ ਬਾਈ ਸਾਈਡ +2 ਦੇ ਵੀ ਅਸੀਂ ਕਰਦੇ ਜਾਵਾਂਗੇ। ਨੈਕਸਟ ਆਉਂਦਾ ਜੀ ਡਿਫਰੈਂਸ਼ੀਏਸ਼ਨ ਆਫ ਕੋਸ x ਦੀ ਡਿਫਰੈਂਸ਼ੀਏਸ਼ਨ ਆਏਗੀ ਸਾਈਨ x, ਪਰ ਸਾਈਨ ਕੀ ਆ ਜਾਏਗਾ ਇਹਦੇ ਨਾਲ ਮਾਈਨਸ ਦਾ। ਠੀਕ ਹੈ ਜੀ, ਨੈਕਸਟ ਆਉਂਦੀ ਹੈ ਡਿਫਰੈਂਸ਼ੀਏਸ਼ਨ ਆਫ tan x ਦੀ ਡਿਫਰੈਂਸ਼ੀਏਸ਼ਨ ਕੀ ਹੁੰਦੀ ਹੈ ਜੀ sec² x। ਠੀਕ ਹੈ, ਨੈਕਸਟ ਆਏਗੀ tan x ਦੇ ਆਪੋਜ਼ਿਟ ਚਲੀਏ ਤਾਂ ਸਾਡੇ ਕੋਲ ਆਉਂਦਾ ਜੀ cot x ਦੀ ਡਿਫਰੈਂਸ਼ੀਏਸ਼ਨ ਕੀ ਹੋ ਜੀ, ਜੇਕਰ ਇਹਦੀ sec² ਹੈ ਤੇ ਇਹਦੀ ਕੀ ਹੋ ਜਾਏਗੀ cosec²। ਸਾਈਨ ਕੀ ਆਏਗਾ ਮਾਈਨਸ ਦਾ। ਨੈਕਸਟ ਆਉਂਦਾ ਜੀ sec² ਦੀ ਡਿਫਰੈਂਸ਼ੀਏਸ਼ਨ ਦੀ ਡਿਫਰੈਂਸ਼ੀਏਸ਼ਨ ਹੁੰਦੀ ਹੈ ਜੀ sec× tan x। ਠੀਕ ਹੈ ਜੀ, ਨੈਕਸਟ ਆਉਂਦੀ ਹੈ ਡਿਫਰੈਂਸ਼ੀਏਸ਼ਨ ਆਫ cosec² ਇਹਦੀ ਆਏਗੀ -cosec× ਐਂਡ cot x। ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਟ੍ਰਿਗਨੋਮੈਟਰੀ ਰੇਸ਼ੋ
ਜਿਹੜੀ C ਤੋਂ ਸ਼ੁਰੂ ਹੋ ਰਹੀ ਹੋਵੇ ਉਹਦੀ ਡਿਫਰੈਂਸ਼ੀਏਸ਼ਨ ਕਰਦੇ ਹੋ ਨਾ ਤੇ ਪੁੱਤਰ ਜੀ ਦਾ ਆਨਸਰ ਜਿਹੜਾ ਉਹ ਮਾਈਨਸ ਦੇ ਨਾਲ ਆਏਗਾ। ਠੀਕ ਹੈ, ਹੁਣ ਤੁਸੀਂ ਕੋਸ ਦੀ ਵੇਖ ਲਓ, ਮਾਈਨਸ ਸਾਈਨ ਆਇਆ। ਕਾਟ ਦੀ ਵੇਖੋਗੇ ਤੇ ਮਾਈਨਸ ਕੋਸਿਕੈਂਟ ਸਕੁਏਅਰ ਆਏਗਾ। ਕੋਸਿਕੈਂਟ ਦੀ ਵੇਖੋਗੇ ਤੇ ਮਾਈਨਸ ਕੋਸਿਕੈਂਟ x ਇੰਟੂ ਕੋਟ x ਆਏਗਾ। ਸੋ ਛੋਟੀ ਜਿਹੀ ਟ੍ਰਿਕ ਹੈ ਯਾਦ ਰੱਖਣ ਦੀ, ਕਿਸੇ ਵੀ C ਵਾਲੀ ਟ੍ਰਿਗਨੋਮੈਟਰੀ ਰੇਸ਼ੋ ਦੀ ਡਿਫਰੈਂਸ਼ੀਏਸ਼ਨ ਕਰੀਏ ਤਾਂ ਆਨਸਰ ਕੀ ਆਉਂਦਾ ਆ ਨੈਗੇਟਿਵ ਦੇ ਵਿੱਚ। ਠੀਕ ਹੈ ਜੀ, ਜਿਹੜੇ ਫਾਰਮੂਲਾਸ ਨੇ ਇਹ ਹੈਗੇ ਆ ਜੀ ਲੌਗ ਦੇ ਸਾਰੇ ਫਾਰਮੂਲੇ ਤੁਹਾਡੀ ਡਿਫਰੈਂਸ਼ੀਏਸ਼ਨ ਜਿਹੜੀ ਐਕਸਰਸਾਈਜ਼ B ਹੈ ਉਹਦੀ ਸਟਾਰਟਿੰਗ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਠੀਕ ਹੈ, ਉਹਦੇ ਵਿੱਚ ਇਹਨਾਂ ਨੇ ਸਾਰੇ ਫਾਰਮੂਲੇ ਜਿਹੜੇ ਉਹ ਰਿਪਰੈਜ਼ੈਂਟ ਕੀਤੇ ਬਾਈ ਯੂਜ਼ਿੰਗ m ਇੰਟੂ n। ਠੀਕ ਹੈ, ਯਾਨੀ ਕਿ ਮੈਂ ਜਿੱਥੇ A ਕੰਸੀਡਰ ਕੀਤਾ ਉੱਥੇ ਉਹਨਾਂ ਨੇ m ਲਿਆ ਹੈ, ਜਿੱਥੇ ਮੈਂ B ਲਿਖਿਆ ਹੋਇਆ ਉੱਥੇ ਉਹਨਾਂ ਨੇ n ਲਿਖਿਆ ਹੋਇਆ, ਬਾਕੀ ਸਾਰਾ ਫਾਰਮੂਲਾ ਸੇਮ ਹੈ। ਦੇਖੋ ਜੀ log A ਇੰਟੂ B, ਲੌਗ ਜਿਹੜਾ ਆ ਜੇਕਰ ਦੋ ਦੇ ਵਿੱਚ ਫੰਕਸ਼ਨ ਮਲਟੀਪਲਾਈ ਹੋ ਰਹੇ ਹੋਣ, ਠੀਕ ਹੈ ਜੀ, ਲੌਗ ਬਾਹਰ ਲਿਖਿਆ ਹੋਏਗਾ, ਇਸ ਤਰੀਕੇ ਦੇ ਦੋ ਫੰਕਸ਼ਨ ਉਹਦੇ ਅੰਦਰ ਮਲਟੀਪਲਾਈ ਹੋ ਰਹੇ ਨੇ ਤਾਂ ਅਸੀਂ ਲੌਗ ਦੇ ਨਾਲ ਫਸਟ ਫੰਕਸ਼ਨ ਪਲੱਸ ਸੈਕਿੰਡ ਫੰਕਸ਼ਨ ਲਗਾ ਦਾਂਗੇ। ਠੀਕ ਹੈ, ਸੈਪਰੇਟ ਕਰ ਦਾਂਗੇ ਇਸ ਫਾਰਮੂਲੇ ਦੇ ਥਰੂ। ਸਿਮਿਲਰਲੀ ਜੇਕਰ log A upon B ਹੈ ਤਾਂ ਆਪਾਂ ਇਹਨੂੰ ਲਿਖ ਸਕਦੇ ਹਾਂ log A ਮਾਈਨਸ log B। ਠੀਕ ਹੈ, ਨੈਕਸਟ ਫਾਰਮੂਲਾ ਜੀ log A ਰੇਜ਼ ਟੂ ਪਾਵਰ B। ਇਹਦੇ ਵਿੱਚ ਜਿਹੜਾ A ਹੈ ਇਹਦੀ ਪਾਵਰ ਹੈ B। ਜੇਕਰ log A ਦੀ ਪਾਵਰ B ਹੋਵੇ ਤੇ ਫਾਰਮੂਲੇ ਨੂੰ ਜਦੋਂ ਤੁਸੀਂ ਐਕਸਪੈਂਡ ਕਰਦੇ ਹੋ ਤੇ ਅੱਗੇ ਜਿਹੜੀ ਆ ਉਹਦੀ ਪਾਵਰ ਆ ਜਾਂਦੀ ਹੈ। ਫੋਰ ਐਗਜ਼ਾਮਪਲ ਜੇਕਰ ਮੇਰੇ ਕੋਲ ਲਿਖਿਆ ਗਿਆ ਹੋਵੇ log 2 ਪਾਵਰ 3, ਠੀਕ ਹੈ ਜੀ, log 2 ਪਾਵਰ 3 ਨੂੰ ਮੈਂ ਲਿਖ ਸਕਦੀ ਹਾਂ 3 log 2। ਠੀਕ ਹੈ ਜੀ, ਤੁਹਾਡੀ ਬੁੱਕਸ ਦੇ ਵਿੱਚ ਹੋਏਗਾ log m ਪਾਵਰ n, ਇਹਦੀ ਪਾਵਰ। ਠੀਕ ਹੈ, ਆਨਸਰ ਆਏਗਾ ਜੀ n log m। ਓਕੇ, ਨੈਕਸਟ ਜਿਹੜਾ ਫਾਰਮੂਲਾ ਹੈ ਜੀ ਇਹਦੇ ਵਿੱਚ B ਜਿਹੜਾ ਆ ਉਹ ਇੰਡੈਕਸ ਹੈ, A ਜਿਹੜੀ ਉਹਦਾ ਬੇਸ ਹੈ। ਜਦੋਂ ਉਹਦਾ ਬੇਸ ਬਣਾ ਕੇ ਦਿੱਤਾ ਹੋਵੇ ਉਹਨਾਂ ਨੇ, ਠੀਕ ਹੈ, ਹੁਣ ਇੱਥੇ log ਜਿਹੜਾ 2 ਦੇ ਨਾਲ ਹੈ। ਜੇਕਰ ਇਹ ਇਸ ਫਾਰਮ 'ਚ ਲਿਖਿਆ ਹੋਵੇ log 2 ਉੱਪਰ ਹੋਵੇ 3 ਆਲਾ ਇਹਦੇ ਨਾਲ, ਤੇ ਫਿਰ ਇਹਨੂੰ ਲਿਖਣ ਦਾ ਤਰੀਕਾ ਹੁੰਦਾ log 3 upon log 2। ਸੋ ਇਸੇ ਤਰੀਕੇ ਨਾਲ ਉੱਪਰ ਕੀ ਆਏਗਾ log B ਤੇ ਨੀਚੇ ਕੀ ਆਏਗਾ log A। ਇਹ ਵੀ ਤੇ ਫਾਰਮੂਲੇ ਨੇ ਜਿਹੜੇ ਤੁਸੀਂ ਨੋਟ ਕਰਨੇ ਹੋਣਗੇ ਫਾਰਮੂਲਾ ਕਾਪੀ 'ਚ। log 1 ਜਿਹੜਾ ਹੈ ਇਹਦਾ ਆਨਸਰ ਹੁੰਦਾ ਹੈ ਜੀ 0। ਬੜੇ ਇੰਪੋਰਟੈਂਟ ਨੇ ਆ ਤਿੰਨ ਚੀਜ਼ਾਂ ਸਾਡੇ ਕੋਲ। ਠੀਕ ਹੈ, log E 1 ਦੇ ਇਕੁਅਲ ਹੁੰਦਾ ਹੈ, log A ਜਿਹੜਾ ਹੈ ਉਹ ਵੀ 1 ਦੇ ਇਕੁਅਲ ਹੁੰਦਾ ਹੈ। ਨੈਕਸਟ ਕੁਐਸਚਨ ਆਉਂਦਾ ਹੈ ਜੇਕਰ ਅਸੀਂ ਡਿਫਰੈਂਸ਼ੀਏਸ਼ਨ ਕਰੀਏ A ਰੇਜ਼ ਟੂ ਪਾਵਰ x। ਹੁਣ A ਰੇਜ਼ ਟੂ ਪਾਵਰ x ਜਿਹੜਾ ਹੈ ਨਾ ਇਹਨੂੰ ਫੰਕਸ਼ਨ ਨੂੰ ਪਹਿਲਾਂ ਸਮਝਣਾ ਪੈਂਦਾ ਹੈ। ਦੇਖੋ ਜੇਕਰ ਤੁਹਾਡੇ ਕੋਲ ਹੋਵੇ ਵੇਰੀਏਬਲ ਦੀ ਪਾਵਰ ਕੌਨਸਟੈਂਟ ਤਾਂ ਤੁਸੀਂ ਇਹਨੂੰ ਈਜ਼ੀਲੀ ਸੋਲਵ ਕਰੋਗੇ। ਫੋਰ ਐਗਜ਼ਾਮਪਲ ਜੇਕਰ ਲਿਖਿਆ ਗਿਆ ਹੋਵੇ x ਸਕੁਏਅਰ 3x, ਇਟ ਮੀਨਸ ਤੁਹਾਨੂੰ ਪਤਾ ਹੈ ਕਿ x ਸਕੁਏਅਰ ਦਾ ਹੋਏਗਾ x ਇੰਟੂ x ਅਤੇ 3 ਇੰਟੂ x। ਤੁਸੀਂ ਇਹਨੂੰ ਈਜ਼ੀਲੀ ਐਕਸਪੈਂਡ ਕਰ ਸਕਦੇ ਹੋ। ਪਰ ਜੇਕਰ ਸਾਡੇ ਕੋਲ ਕੌਨਸਟੈਂਟ ਦੀ ਪਾਵਰ ਵੇਰੀਏਬਲ ਆ ਜੀ, ਕੌਨਸਟੈਂਟ ਦੀ ਪਾਵਰ ਵੇਰੀਏਬਲ ਦਾ ਮਤਲਬ ਜਿਵੇਂ 2 ਪਾਵਰ x ਆ ਜੀ, ਤੁਸੀਂ ਇਹਨੂੰ ਕਿਵੇਂ ਐਕਸਪੈਂਡ ਕਰੋਗੇ। ਠੀਕ ਹੈ, ਉਹਦੇ ਵਾਸਤੇ ਸਾਡੇ ਕੋਲ ਇੱਕ ਫਾਰਮੂਲਾ ਹੁੰਦਾ ਹੈ ਡਿਫਰੈਂਸ਼ੀਏਸ਼ਨ ਆਫ A ਰੇਜ਼ ਟੂ ਪਾਵਰ x ਇਜ਼ ਇਕੁਅਲਸ ਟੂ A ਰੇਜ਼ ਟੂ ਪਾਵਰ x ਇੰਟੂ log A। ਉਸ ਤੋਂ ਬਾਅਦ ਕੀ ਹੁੰਦਾ ਜੀ ਇਹਦੀ ਡਿਫਰੈਂਸ਼ੀਏਸ਼ਨ ਦੀ ਜੋ ਵੀ ਸਾਡੇ ਕੋਲ ਪਾਵਰ ਦਿੱਤੀ ਹੁੰਦੀ ਹੈ ਫੰਕਸ਼ਨ ਦੀ ਉਹ ਕਰੀਦੀ। ਫੋਰ ਐਗਜ਼ਾਮਪਲ ਜਿਵੇਂ A ਰੇਜ਼ ਟੂ ਪਾਵਰ x ਹੈ ਅਤੇ ਬਾਅਦ ਵਿੱਚ ਸਭ ਤੋਂ ਲਾਸਟ ਦੇ ਵਿੱਚ ਕੀ ਹੋਏਗੀ x ਦੀ ਡਿਫਰੈਂਸ਼ੀਏਸ਼ਨ ਹੋਏਗੀ। ਨੈਕਸਟ ਆਉਂਦਾ ਜੀ ਫਾਰਮੂਲਾ ਲਿਮਿਟ x ਅਪਰੋਚ ਕਰਦੀ ਪਈ ਹੋਵੇ 0 ਨੂੰ A ਰੇਜ਼ ਟੂ ਪਾਵਰ x ਮਾਈਨਸ 1 ਅਪੋਨ x ਇਜ਼ ਇਕੁਅਲਸ ਟੂ log A। ਇਹ ਫਾਰਮੂਲਾ ਵੀ +1 ਕਲਾਸ ਦਾ ਹੀ ਹੈ। ਠੀਕ ਹੈ, ਹੁਣ ਜਿਵੇਂ ਕੁਐਸਚਨ ਹੈ log 3 ਇਜ਼ ਅ ਕੌਨਸਟੈਂਟ, ਤੁਸੀਂ ਇਹਦੀ ਡਿਫਰੈਂਸ਼ੀਏਸ਼ਨ ਕਰੋਗੇ ਆਨਸਰ ਆ ਜਾਏਗਾ 0। ਠੀਕ ਹੈ, ਉਸ ਤੋਂ ਬਾਅਦ ਜੇਕਰ x ਇਹਦੇ ਨਾਲ ਮਲਟੀਪਲਾਈ ਹੋ ਰਿਹਾ ਤਾਂ x ਦੀ ਡਿਫਰੈਂਸ਼ੀਏਸ਼ਨ ਕੀ ਹੋ ਜਾਏਗੀ 1। ਇਹ ਕੀ ਆ ਜਾਏਗਾ 3 ਇੰਟੂ 1 3। ਠੀਕ ਹੈ, ਜਿਹੜੇ ਪਿਛਲੇ ਫਾਰਮੂਲੇ ਕਰਵਾਏ ਨੇ ਇਹ ਉਹਨਾਂ ਦੇ ਬੇਸ ਮੈਂ ਛੋਟੇ ਛੋਟੇ ਸਮ ਜਿਹੜੇ ਕਰਵਾ ਰਹੀ ਹਾਂ ਤਾਂ ਜੋ ਤੁਹਾਡਾ ਬੇਸਿਕ ਕਨਸੈਪਟ ਕੀ ਕਲੀਅਰ ਹੋ ਜਾਏ। ਨੈਕਸਟ ਪੁਆਇੰਟ ਹੈ ਡਿਫਰੈਂਸ਼ੀਏਸ਼ਨ ਆਫ 3x ਸਕੁਏਅਰ ਪਲੱਸ 2। ਠੀਕ ਹੈ, ਇੱਥੇ ਫੰਕਸ਼ਨ ਦੇ ਨਾਲ ਕੌਨਸਟੈਂਟ ਕੀ ਹੈ ਐਡ ਹੋ ਰਿਹਾ। ਸੋ ਜਦੋਂ ਤੁਸੀਂ ਇਹਨੂੰ ਮਲਟੀਪਲਾਈ ਕਰਨਾ ਹੈ ਜਾਂ ਡਿਫਰੈਂਸ਼ੀਏਟ ਕਰਨਾ ਹੈ ਤਾਂ ਇੱਕ ਛੋਟੀ ਜਿਹੀ ਟ੍ਰਿਕ ਜਿਹੜੀ ਹੈ ਤੁਸੀਂ ਯਾਦ ਰੱਖ ਸਕਦੇ ਹੋ। ਉਹ ਹੈਗੀ ਹੈ ਜੀ ਪਾਵਰ ਐਂਡ ਬੇਸ। ਪਾਵਰ ਬੇਸ ਯਾਨੀ ਕਿ PB ਮਤਲਬ ਪੰਜਾਬ, ਇੱਥੋਂ ਯਾਦ ਰੱਖ ਲਿਓ। ਠੀਕ ਹੈ ਜੀ, P ਮਤਲਬ ਪਾਵਰ, B ਮਤਲਬ ਬੇਸ, ਯਾਨੀ ਕਿ ਸਭ ਤੋਂ ਪਹਿਲਾਂ ਡਿਫਰੈਂਸ਼ੀਏਸ਼ਨ ਹੁੰਦੀ ਹੈ ਪਾਵਰ ਦੀ। 3x ਸਕੁਏਅਰ ਮੀਨਸ 3 ਇੰਟੂ 2, 3 2 6 ਅਤੇ x ਸਕੁਏਅਰ ਦੀ ਪਾਵਰ ਦੀ ਡਿਫਰੈਂਸ਼ੀਏਸ਼ਨ ਸੋਲਵ ਹੋ ਗਈ। ਹੁਣ ਰਹਿ ਗਿਆ ਬੇਸ x ਦੀ ਡਿਫਰੈਂਸ਼ੀਏਸ਼ਨ ਕਰੋਗੇ ਤਾਂ ਕੀ ਹੋ ਜਾਏਗਾ ਜੀ 1। ਸੋ 6x ਕੀ ਆ ਜਾਏਗਾ ਇਹਦਾ ਆਨਸਰ। ਨੈਕਸਟ ਕੁਐਸਚਨ 3x ਕਿਊਬ ਪਲੱਸ 2x ਸਕੁਏਅਰ ਪਲੱਸ 2x ਪਲੱਸ 5। ਹੁਣ ਇਹਦੀ ਡਿਫਰੈਂਸ਼ੀਏਸ਼ਨ ਕਰੋ। ਸਿੰਪਲ ਦੇਖੋ 3x ਕਿਊਬ 3 3 9x ਸਕੁਏਅਰ 2 2 4x 2x ਦੀ ਡਿਫਰੈਂਸ਼ੀਏਸ਼ਨ ਟੂ 5 ਇਜ਼ ਅ ਕੌਨਸਟੈਂਟ। ਇੱਥੇ ਵਿਦ ਰਿਸਪੈਕਟ ਟੂ ਤੁਸੀਂ ਕਰਦੇ ਪਏ ਹੋ ਜੀ x ਯਾਨੀ ਕਿ x। ਸੋ ਡਿਫਰੈਂਸ਼ੀਏਸ਼ਨ ਆਫ x ਅਪੋਨ ਡਿਫਰੈਂਸ਼ੀਏਸ਼ਨ ਆਫ x ਬੋਥ ਵਿਲ ਬੀ ਕੈਂਸਲ, ਆਨਸਰ ਇਜ਼ 1। ਠੀਕ ਹੈ, ਵੈਸੇ ਇਹਨੂੰ ਲਿਖਣ ਦਾ ਤਰੀਕਾ ਕੀ ਹੁੰਦਾ ਹੈ 3x ਕਿਊਬ ਨੂੰ ਇਹ ਹੋ ਜਾਂਦੀ 3 ਬਾਰ ਡਿਫਰੈਂਸ਼ੀਏਸ਼ਨ ਆਫ x ਕਿਊਬ। ਸਿਮਿਲਰਲੀ
टू डिफरेंशिएशन ऑफ एक्स स्क्वेयर एंड सो ऑन। फिर एक्स क्यूब भी सॉल्व करते डिफरेंशिएशन तो लिखा जाता है जी 3 इंटू 3x स्क्वेयर एक्स की डिफरेंशिएशन 1। ठीक है जी। सो आप इनू डायरैक्टली सॉल्व कर सकते हैं इस तरीके नाल। ओके जी, सर बड़ा इंपॉर्टेंट कंसैप्ट साढ़ा शुरू हो जा रहा है, दैट इज़ डिफरेंशिएशन ऑफ लॉग एक्स। लॉग एक बड़ा ही इंपॉर्टेंट कंसैप्ट है। सो जिथे भी लॉग आता है सब तो पहले तुम ये सोचना है कि इहदे पर किहड़ा फॉर्मूला इंप्लीमेंट हो सकता है। ठीक है। सो डिफरेंशिएशन ऑफ लॉग एक्स इज़ 1/x। 1/x यानी कि सिंपल लॉग की डिफरेंशिएशन हुई है, अजे ये वेरीएबल की डिफरेंशिएशन नहीं हुई, यानी कि जो जो भी चलता पे एक्स है वाई जो भी है वो डिफरेंशिएशन बाद होंगी है। जिवें मैं नैक्सट सम सॉल्व किया लॉग एक्स स्क्वेयर। सो सब तो पहला लॉग की डिफरेंशिएशन हुई दैट इज़ 1/x स्क्वेयर। फिर एक्स स्क्वेयर की डिफरेंशिएशन हुई 2x, तो फिर एक्स की डिफरेंशिएशन होगी 1। इन्हें तुम याद रख सकते हो LPB, यानी कि पहला लॉग फिर पावर फिर बेस। ठीक है जी। नैक्सट क्वेश्चन जिमें लॉग m पावर है, मैं तुम्हें फॉर्मूला दस चुकी हुई है, यही चीज़ दोबारा एक्सप्लेन है। एक सम है जी डिफरेंशिएशन ऑफ लॉग ऑफ एक्स स्क्वेयर प्लस 1 इज इक्वल्स टू 1 जो दी वैल्यू हैगी पहला वो, आफ्टर दैट वो वैल्यू की डिफरेंशिएशन ओके आएगी 1/x स्क्वेयर प्लस 1 एज इट इज़। एक्स स्क्वेयर की डिफरेंशिएशन 2x एंड 1 इज़ अ कॉन्स्टेंट, सो ओके हो गया 0। एक्स की डिफरेंशिएशन 1 होगी। ठीक है जी। इस तरीके नाल तुसीं सारे सम सॉल्व कर सकते हो। आ देखो जी हुण तुहानूं दिखाने लॉग का जिहड़ा है वो फॉर्मूला किवें इंपॉर्टेंट है साडे लई। इन्होंने लिखे लॉग एक्स स्क्वेयर ओवर 3x स्क्वेयर प्लस 1 मीनस मैनूं याद है कि मैं लॉग A/B का फॉर्मूला किया है, मैं वो वाला फॉर्मूला इंप्लीमेंट करता। साढ़े को आ गया जी लॉग एक्स स्क्वेयर माइनस लॉग 3x स्क्वेयर प्लस 1। एक्स स्क्वेयर लॉग के नाल है, सो 1/x स्क्वेयर। एक्स स्क्वेयर की डिफरेंशिएशन 2x, सो यदा क्या आएगा 1/3x स्क्वेयर प्लस 1। 3x स्क्वेयर की डिफरेंशिएशन 6x प्लस 1 का क्या आना है 0 आंसर। हुण तुसीं जिहड़ा नैक्सट पार्ट है ना उहदे च तुसीं ये देखोगे कि जेकर मैं इस लॉग के उपर m/n का फॉर्मूला ना लगावां, ठीक है, तो ये वाला जो सम है वो कितना कॉम्प्लीकेटेड हो जाएगा। ठीक है, देख रहे हो इस क्वेश्चन के मैं की किया लॉग एक्स स्क्वेयर अपॉन 3x स्क्वेयर प्लस 1 लॉग वाला फॉर्मूला इंप्लीमेंट नहीं करते भाई, मैं डायरैक्टली जो सीखा होया वो फॉर्मूला इंप्लीमेंट कर दी। देखो सब तो पहले क्या है 1 लॉग की डिफरेंशिएशन यानी कि पूरा एंगल, आफ्टर दैट एंगल की डिफरेंशिएशन। पर जो एंगल है ना ये डिफरेंशिएशन जो मैं करूँगी तो कि फॉर्म है u/v की फॉर्म फिर उपर फॉर्मूला लगावांगे u/v का, v नूं रख लिया u की डिफरेंशिएशन, u नूं रख लिया v की डिफरेंशिएशन ओवर v स्क्वेयर। हुण तुसीं खुद सोचो कि इनू सॉल्व करना थोड़ा कॉम्प्लीकेटेड नहीं हो जाएगा। ठीक है, सो दैट्स वाई कि जिथे भी लॉग लगता है उत्थे तुसीं पहला सोचना है कि लॉग का किहड़ा फॉर्मूला इंप्लीमेंट हो सकता है, वो फॉर्मूला इंप्लीमेंट करन तो बाद तुसीं डिफरेंशिएशन जिहड़ी वो कर सकते हो।